ਮਾਣਯੋਗ ਸਰੋਤਾਗਣ, ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਰਾਂਦ ਦਾ ਦਿਹਾੜਾ, ਸਾਵਣ ਦਾ ਮਹੀਨਾ ਆਪ ਸਭ ਨੂੰ ਮੰਗਲਮਈ ਹੋਵੇ। ਗੁਰੂ ਮਹਾਰਾਜ ਮਿਹਰਬਾਨ ਰਹਿਣ, ਸੁੱਖ ਹੋਵੇ, ਸ਼ਾਂਤੀ ਹੋਵੇ। ਆਪਾਂ ਅੱਜ ਸਾਵਣ ਮਹੀਨੇ ਦੇ ਸੁਭਾਅ ਨੂੰ ਦੇਖਾਂਗੇ ਤੇ ਇਹਦੇ ਵਿੱਚ ਥੋੜ੍ਹੀਆਂ ਜਿਹੀਆਂ ਗੱਲਾਂ ਕਰਾਂਗੇ ਮਹਾਕਵੀ ਕਾਲੀਦਾਸ ਦੀਆਂ, ਉਹਨਾਂ ਦੇ ਮੇਘਦੂਤ ਦੀਆਂ। ਪਿਛਲੇ ਮਹੀਨੇ ਹਾੜ ਦੀ ਸੰਗਰਾਂਦ ਵਾਲੇ ਸਮੇਂ ਵਾਅਦਾ ਕੀਤਾ ਸੀ ਸਾਵਣ ਦਾ ਮਹੀਨਾ ਆਏਗਾ, ਕਾਲੀਦਾਸ ਦੇ ਬੋਲਾਂ ਦੀਆਂ ਝੜੀਆਂ ਨਾਲ ਉਸ ਦਾ ਸਵਾਗਤ ਕਰਾਂਗੇ। ਜੋ ਸੰਬੰਧ ਵਾਰਿਸ ਸ਼ਾਹ ਦਾ ਹੀਰ ਨਾਲ, ਉਹੀ ਕਾਲੀਦਾਸ ਦਾ ਬਰਸਾਤ ਨਾਲ। ਝੰਗ ਸਿਆਲ ਨਦੀ ਕਿਨਾਰੇ ਹੀਰ ਦੀਆਂ ਸਹੇਲੀਆਂ ਨੱਚਦੀਆਂ ਗਾਉਂਦੀਆਂ ਅਠਖੇਲੀਆਂ ਕਰਦੀਆਂ ਦੌੜਦੀਆਂ ਫਿਰਦੀਆਂ। ਕਾਲੀਦਾਸ ਦੇ ਮੇਘਦੂਤ ਦੀਆਂ ਗਰਜਾਂ ਸੁਣ ਕੇ ਜੰਗਲਾਂ ਵਿੱਚ ਘੁੰਮਦੀਆਂ ਰਿਸ਼ੀ ਕੰਨਿਆਵਾਂ ਆਪੋ ਆਪਣੀ ਝੌਂਪੜੀ ਦੀ ਤਲਾਸ਼ ਵਿੱਚ ਭੱਜਦੀਆਂ ਦਿਸਦੀਆਂ। ਕਾਲੀਦਾਸ ਵਰਗੀ ਕਲਪਨਾ ਮੇਰੇ ਅੱਗੇ ਪਿੱਛੇ ਉੱਪਰ ਹੇਠ ਬੱਦਲਾਂ ਵਾਂਗ ਉੱਡਦੀ ਤਾਂ ਫਿਰਦੀ ਹੈ, ਪਰ ਕਣੀਆਂ ਵਰਗੇ ਅੱਖਰ ਬਣ ਬਣ ਇਹ ਬੱਦਲ ਝੜੀਆਂ ਕਿਉਂ ਨਹੀਂ ਲਾਉਂਦੇ? ਅੰਮ੍ਰਿਤ ਵੇਲੇ ਸਾਵਣ ਮਹੀਨੇ ਅਰਦਾਸ ਸਾਰੇ ਪਪੀਹੇ ਕਰਦੇ ਹਨ। ਹਰੇਕ ਦੀ ਮਨਜ਼ੂਰ ਥੋੜ੍ਹਾ ਹੁੰਦੀ ਹੈ। ਜਿਸ ਕਰਮਾਂ ਵਾਲੇ ਪਪੀਹੇ ਦੀ ਅਰਦਾਸ ਕਬੂਲ ਹੋਈ, ਪ੍ਰਸੰਨ ਹੋ ਕੇ ਅਗਲੀ ਜੂਨ ਧਰਤੀ ਉੱਤੇ ਭੇਜਦਿਆਂ ਪਰਮੇਸ਼ਰ ਨੇ ਪਰਜਾ ਨੂੰ ਕਿਹਾ, ਇਸ ਦਾ ਨਾਮ ਕਾਲੀਦਾਸ ਰੱਖਣਾ। ਬੋਲਣਾ ਸਿੱਖ ਕੇ ਕਾਲੀਦਾਸ ਨੇ ਜੰਗਲ ਵੱਲੋਂ ਮਹਾਰਾਜਾ ਦੁਸ਼ਯੰਤ ਆਉਂਦਾ ਦੇਖ ਕੇ ਆਦ ਜੁਗਾਦ ਵਾਕ ਉਚਾਰਿਆ। ਉਹ ਆਉਂਦਾ ਹੈ ਸਾਡਾ ਮਿੱਤਰ, ਜਿਸ ਦੇ ਗਲ ਵਿੱਚ ਫੁੱਲਾਂ ਦੀ ਮਾਲਾ, ਮੋਢੇ ਧਨੁਖ ਅਤੇ ਦਿਲ ਵਿੱਚ ਸ਼ਕੁੰਤਲਾ। ਸਾਵਣ ਮਹੀਨੇ ਬੱਦਲ ਆਉਂਦਿਆਂ ਦੇਖ ਕੇ ਆਦ ਵਾਕ ਉਚਾਰਿਆ। ਉਹ ਆ ਰਹੀ ਹੈ ਸਾਡੀ ਮਹਾਰਾਣੀ ਬਰਸਾਤ, ਸੰਸਾਰ ਦੀਆਂ ਸਾਰੀਆਂ ਮਹਾਰਾਣੀਆਂ ਤੋਂ ਸੋਹਣੀ, ਸਭ ਤੋਂ ਤਾਕਤਵਰ, ਰਥ ਅੱਗੇ ਬੱਦਲ ਜੁੜੇ ਹੋਏ, ਜਿਸ ਦੇ ਹੱਥ ਵਿੱਚ ਬਿਜਲੀਆਂ ਦਾ ਛਾਂਟਾ। ਆਓ ਇਸ ਮਹਾਰਾਣੀ ਨੂੰ ਪ੍ਰਣਾਮ ਕਰੀਏ। ਦੇਸੀ ਵਿਦੇਸੀ ਬਥੇਰੇ ਸ਼ਾਇਰਾਂ ਦੀਆਂ ਮਜਲਿਸਾਂ ਵਿੱਚ ਬੈਠੇ ਆਨੰਦਿਤ ਹੋਏ, ਪਰ ਕਾਲੀਦਾਸ ਕਾਲੀਦਾਸ ਹੈ। ਉਸ ਤੋਂ ਸਦੀਆਂ ਬਾਅਦ ਪੈਦਾ ਹੋਏ ਮਹਾਕਵੀ ਉਸ ਅੱਗੇ ਫਰਿਆਦ ਕਰਦੇ ਹਨ, ਸਾਡੇ ਕੰਨਾਂ ਦੇ ਜਿਹੜੇ ਪਿਆਲੇ ਤੂੰ ਵਿਸਮਾਦੀ ਸ਼ਰਾਬ ਨਾਲ ਨੱਕੋ ਨੱਕ ਭਰੇ ਸਨ, ਉਹ ਖਾਲੀ ਹੋ ਗਏ ਹਨ ਕਾਲੀਦਾਸ। ਖੁਮਾਰ ਉਤਰ ਗਿਆ ਹੈ। ਇਹਨਾਂ ਪਿਆਲਿਆਂ ਨੂੰ ਆਪਣੀ ਦੈਵੀ ਸ਼ਰਾਬ ਨਾਲ ਦੁਬਾਰਾ ਨੱਕੋ ਨੱਕ ਭਰਨ ਲਈ ਹੁਣ ਕਦ ਆਏਗਾ ਮੁੜ ਕੇ ਕਾਲੀਦਾਸ? ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ ਮੰਨਣਾ ਹੈ ਕਿ ਸਾਰੀਆਂ ਕੋਮਲ ਕਲਾਵਾਂ, ਲੋਕ ਮੁਦਰਾਵਾਂ ਰਿਜ਼ਕ ਦੁਆਲੇ ਪ੍ਰਕਰਮਾਂ ਕਰਦੀਆਂ ਹਨ। ਰਿਜ਼ਕ ਨਹੀਂ ਤਾਂ ਉਸ ਦੀ ਪ੍ਰਾਪਤੀ ਲਈ ਗੀਤ ਤੇ ਨਾਚ, ਰਿਜ਼ਕ ਮਿਲਿਆ ਤਾਂ ਸ਼ੁਕਰਾਨੇ ਲਈ ਨਾਚ ਤੇ ਗੀਤ। ਪਹਾੜਾਂ ਦਾ ਰਿਜ਼ਕ ਬੱਦਲਾਂ ਵਿੱਚ, ਨੱਚਦੀਆਂ ਗਾਉਂਦੀਆਂ ਕੁੜੀਆਂ ਦੀਆਂ ਅੱਖਾਂ ਅਸਮਾਨ ਵੱਲ, ਹੱਥ ਚੁੰਨੀਆਂ ਦੇ ਪੱਲੇ ਅਸਮਾਨ ਵੱਲ। ਬੱਦਲ ਵਰਸਣਗੇ, ਫਲ ਫੁੱਲ ਘਾਹ ਪੱਤੇ ਵਿਗਸਣਗੇ, ਜੀ ਜੰਤ ਪਸ਼ੂ ਪੰਖੀ ਨਿਹਾਲ ਹੋਣਗੇ। ਸਮੁੰਦਰ ਕਿਨਾਰੇ ਨੱਚਦੀਆਂ ਗਾਉਂਦੀਆਂ ਕੁੜੀਆਂ, ਅੱਖਾਂ ਨੀਵੀਆਂ, ਹੱਥਾਂ ਬਾਹਾਂ ਦੀਆਂ ਮੁਦਰਾਵਾਂ ਨੀਵੀਆਂ, ਉਹਨਾਂ ਦਾ ਰਿਜ਼ਕ ਸਮੁੰਦਰ ਵਿੱਚ ਛੁਪਿਆ ਹੋਇਆ ਹੈ। ਬਸੰਤ ਦੀ ਸੁੰਦਰਤਾ ਮਹਿਲੀਂ ਵਸਦੀਆਂ ਸ਼ਾਹਜ਼ਾਦੀਆਂ ਵਰਗੀ, ਸੂਖਮ, ਨਾਜ਼ੁਕ, ਅਨੁਸ਼ਾਸਨ ਵਿੱਚ ਬੱਧੀ, ਸੁਸਿੱਖਿਅਤ। ਬਰਸਾਤ ਦੀ ਸੁੰਦਰਤਾ ਅਨਪੜ੍ਹ ਕਿਸਾਨਾਂ, ਕਾਮਿਆਂ, ਖਾਨਾ ਬਦੋਸ਼ਾਂ, ਅਬੋਧ ਬੱਚਿਆਂ ਦੀ ਖੂਬਸੂਰਤੀ, ਜਿਨ੍ਹਾਂ ਦੇ ਗੀਤ, ਨਾਚ, ਢੋਲ ਤੇ ਅਲਗੋਜ਼ੇ ਵੀ ਨਹੀਂ ਉਡੀਕ ਸਕਦੇ। ਬਸੰਤੀ ਫੁੱਲ ਟੀਮਾਂ ਬਣਾ ਬਣਾ ਖੇਡਦੇ ਹਨ। ਬਰਸਾਤੀ ਭਲਵਾਨ ਕੱਲੇ ਨੂੰ ਕੱਲਾ ਘੇਰਨ ਦਾ ਸਥੂਲ ਵਿਰਾਟ ਬਲਵਾਨ ਆਲਟ ਹੈ। ਪੂਰਨ ਸਿੰਘ ਅਨੁਸਾਰ ਬਰੀਕ ਤਰੇਲ ਬੂੰਦਾਂ ਨੂੰ ਖੁਰਦਬੀਨੀ ਨਜ਼ਰ ਨਾਲ ਨਿਹਾਰ ਕੇ ਕਵਿਤਾ ਲਿਖਦੇ ਸ਼ਾਇਰ ਗੁਲਾਮ ਮਾਨਸਿਕਤਾ ਵਾਲੇ ਹੁੰਦੇ ਹਨ। ਆਜ਼ਾਦ ਮਨੁੱਖ ਹਨੇਰੀਆਂ, ਤੂਫਾਨਾਂ, ਘਟਾਵਾਂ ਅਤੇ ਤਾਰਕਾ ਮੰਡਲਾਂ ਤੋਂ ਵਿਸਮਾਦਿਤ ਹੁੰਦਾ ਹੈ। ਟੈਗੋਰ ਦਾ ਇੱਕ ਕਥਨ ਹੈ, ਮਾਰੂਥਲ ਨੇ ਘਾਹ ਦੀ ਪੱਤੀ ਅੱਗੇ ਪ੍ਰੇਮ ਦਾ ਪ੍ਰਗਟਾਵਾ ਕੀਤਾ। ਘਾਹ ਦੀ ਪੱਤੀ ਨੇ ਨਾਂਹ ਵਿੱਚ ਸਿਰ ਹਿਲਾਇਆ ਅਤੇ ਦੌੜ ਗਈ। ਲੱਖ ਸਾਲ ਤੋਂ ਘਾਹ ਪੱਤੀ ਦੀ ਉਡੀਕ ਕਰਦਿਆਂ ਮਾਰੂਥਲ ਵਿਜੋਗ ਦੀ ਅੱਗ ਵਿੱਚ ਜਲ ਰਿਹਾ ਹੈ। ਇਸ ਵਾਰ ਸਾਵਣ ਦੀ ਸੰਗਰਾਮ ਕਾਲੀਦਾਸ ਦੇ ਮੇਘਦੂਤ ਨਾਮ ਕਰਕੇ ਦੇਖਦੇ ਹਾਂ ਬਰਸਾਤ ਕਿੰਨੀ ਕੁ ਮਿਹਰਬਾਨ ਹੁੰਦੀ ਹੈ। ਕਾਲੀਦਾਸ ਦੇ ਬੋਲ ਹਨ, ਪੁਸ਼ਕਰ ਦੀ ਵੰਸ਼ ਵਿੱਚ ਜਨਮੇ ਹੇ ਮੇਘ, ਤੂੰ ਇੰਦਰ ਮਹਾਰਾਜ ਦਾ ਬੁੱਧੀਵਾਨ ਵਜ਼ੀਰ ਹੈ। ਤੂੰ ਇੱਛਾਧਾਰੀ ਹਸਤੀ ਹੈ। ਵਿਜੋਗ ਕਾਰਨ ਅਲਕਾਪੁਰੀ ਝੁਲਸੀ ਪਈ ਹੈ। ਉੱਥੇ ਜਾ ਕੇ ਸ਼ਾਂਤ ਬਰਸ,
तेरे अगे मेरी ये अरदास है, जे तू मेरी अरदास ठुकरा देंगा तद भी मैं बुरा नहीं मनावांगा। दुष्ट तो बेनती मनवाउण नालों तां भले तो ठोकर खाधी चंगी। हे मेघ, हिमाला पर्बत उपरों दी लंघण लग्गियां थोड़ी धीमी गति कर लवीं अते हेठां वल देखदा जाईं। एक पहाड़ी उपर अजिही शिला है जिस उत्ते शिव जी दे चरनां दे निशान उकरे साफ दिखाई दिसदे हन। शिला नूं प्रणाम करीं ते पहाड़ी दुआले परिक्रमा करीं। इन्हां पहाड़ियां विच शिव दी तलाश विच इधर उधर भटकदी नीवें उच्चे रस्तियां उपर तुरदी शायद पार्वती माँ भी तैनूं किधरे दिस पवे। जे तैनूं माँ पार्वती दिसे तां मूर्खां वांग उसदे सिर उपर मंडरांदा ना फिरी। तुरत बर्फ बन के उसदे कदमां हेठ विच जाईं। हे मेघ, अपने हत्थां विच पहने हुए सप्पां दे कंगण उतार के शंकर जे पार्वती नूं हथ दा सहारा देण लगण तां चढ़ाई चढ़दी पार्वती दे कदमां हेठ अपनी बर्फ दीआं पौड़ियां बना लवीं तां कि वो मणि तट तक पुज सके। गंगा नदी दा जल पीण लई हेठां उतरी। जदों इस नदी दा पानी पीण लई झुकेगा तैनूं निर्मल जल विचों अपना अक्स दिसेगा। जदों तैनूं अपनी शक्ल नदी विच दिसेगी तद पता लगेगा कि केवल प्रयाग के स्थान उत्ते नहीं संसार विच थां थां लखां संगम हो रहे हैं। हे आकाश विच तैरदे हुए ताकतवर दरिया, कदी तू नदियां दा पानी पीण लई झुकदा है, कदी इन्हां नूं पानी पिलाउण लई उतरदा है। ये खामोश संगम घट लोकां ने देखे हैं। मगध देश दीआं नीलियां झीलां दा पानी बड़ा साफ। इन्हां दा जल पीण लई जदों नीवां उतरेगा ਤਾਂ ਪਾਣੀ ਦੇ ਤਲ ਉੱਪਰ ਦਾਇਰਿਆਂ ਵਿੱਚ ਤੈਰਦੇ ਹੋਏ ਸਫੈਦ ਹੰਸ ਦਿਸਣਗੇ। ਦਾਇਰਿਆਂ ਵਿੱਚ ਤੈਰਦੇ ਹੋਏ ਹੰਸ ਦੇਖ ਕੇ ਤੂੰ ਸੋਚਣ ਲੱਗੇਗਾ, ਕੌਣ ਇੰਨੀਆਂ ਸੋਹਣੀਆਂ ਝਾਂਜਰਾਂ ਭੁੱਲ ਗਿਆ ਹੈ ਇੱਥੇ? ਕੌਣ ਸੀ ਜਿਸ ਨੇ ਰਾਤ ਭਰ ਇਸ ਬਲੌਰੀ ਮੰਚ ਉੱਪਰ ਨਾਚ ਕੀਤਾ ਸੀ? ਤੂੰ ਪਿਆਸਾ ਹੋਏਗਾ ਪਰ ਇੰਨੀਆਂ ਸੋਹਣੀਆਂ ਝਾਂਜਰਾਂ ਦੇਖ ਕੇ ਕੁਝ ਦੇਰ ਲਈ ਪਾਣੀ ਪੀਣਾ ਭੁੱਲ ਜਾਏਗਾ। हे ਮੇਘ, ਫਿਰ ਮੰਦਾਕਣੀ ਨਦੀ ਆਏਗੀ। उत्तराखंड विच मस्त हाथियों के झुंड जंगलों में घूमते हैं। इन्हां हाथियों कोलों लंघदा होया गज्जी ना, क्योंकि फिर तैनूं ये अपना विगड़िया होया बच्चा समझ के तेरे उपर हल्ला बोल सकते हैं। ये हाथी मंदाकनी नदी का जल पींदे हैं ते इसे विच इशनान करते हैं। जदों तू पानी पीण लई हेठां उतरे हो सकता है थोड़ी देर पहलां हाथी इशनान करके गए होण। ये सोच के कि पानी गंदलिया होया है पीण तो झिझक ना जाईं। जिथे महापुरखों के चरण पए होण वो जल पवित्र हुंदे हन। हे मेघ, तू रज के जमुना का पानी पीवेगा तो भारा हो जाएगा। फिर हवा के बुल्ले तैनूं डुला नहीं सकणगे। फिर तू हाथी वांग आत्म विश्वास नाल टिके वेग उड़दा जाएगा। हलकियां दा तां थां थां अपमान हुंदा है। हे मेघ, आकाश विच जदों उच्चा उड़ेगा तां धौणां लंमियां करके हंस तेरे नाल उड़णगे। इउं लगेगा जिमें तू वड्डे वड्डे सफैद मोतियां दी माला पहन लई होए। सोहना लगेगा बड़ा। ये हंस राह दसणगे, जिधर जाण पिछे पिछे उधर तुरदा जाई उड़दा जाई। इन्हां नूं राहां दा पक्का पता है। निर्विंदिया नदी भी देखी भरा, उछलदियां लहरां उपर पंछियां दा कतारां उड़दियां देख के कहेगा, वाह किन्ना सोहना कमरबंद बन के नदी पूरी ताकत नाल नच्ची है। किते किते ऋषियां दियां कोमल नारियां तैनूं देख के डर जाणगियां कि एडे भारी पर्बत नूं किवें पौण चुक्की लिया रही है। किते ये पहाड़ साडे उपर डिग ही ना पवे। वो तेज़ कदमी घरां विच जा लुकणगियां। रूपमतियां भोलियां भालियां निरछल जट्टियां तैनूं देख के खुशी नाल इउं नच्चणगियां जिवें इन्हां नूं गुआची हुई दुर्लभ वस्तु मिल गई होवे। उन्हां दी सुच्ची मुस्कान देखदियां ही ताज़े वाहे खेतां उपर जम के बारिश करी। हे मेघ, नर्मदा नदी तेज़ी नाल बड़े तिखे मोड़ कटदी है जिवें कोई नटी नचदी जांदी होवे। पर्बत विच इस दियां सैकड़े धारां इंज लगदियां हन जिवें हाथी दी पिठ उपर किसी ने जाल सुੱਟ दिता होवे। कृष्ण जी दा काला रंग चुरा के तेज़ दौड़ी अते आसमान दे किसी कोने विच लुकण दा यतन करी। तेरे पिछों दी सतरंगी पींग लहराएगी। लोग कहणगे, जूड़े विच मोर खंभ टंग के ये तां कृष्ण जी महाराज खुद प्रगट होए हैं। सब तैनूं प्रणाम करनगे। वड्डियां दी निशानियां प्राप्त करन वाला पूजनीक हो जाता है। हे मेघ, बागां विच काम करदियां सोहणीआं मालणां
ਪਸੀਨੇ ਵਿੱਚ ਨਹਾਤੀਆਂ ਹੋਈਆਂ, ਸਖਤ ਮੁਸ਼ੱਕਤ ਅਤੇ ਸਖਤ ਗਰਮੀ ਵਿੱਚ ਅੱਧ ਜਲੀਆਂ ਹੋਈਆਂ ਪਈਆਂ ਹਨ। ਤੈਨੂੰ ਦੇਖ ਕੇ ਆਪਣੇ ਤਾਂਬੇ ਰੰਗੇ ਮੂੰਹ ਜਦੋਂ ਉੱਪਰ ਵੱਲ ਨੂੰ ਕਰਨ, ਇਹਨਾਂ ਦੇ ਮੁਖੜਿਆਂ ਨੂੰ ਆਪਣੇ ਪਵਿੱਤਰ ਜਲ ਨਾਲ ਤੁਰਤ ਧੋਈ ਹੈ ਮੇਘ। ਕੋਈ ਨਦੀ ਰੁਕ ਰੁਕ ਚੱਲਦੀ ਹੈ, ਜਿਵੇਂ ਕੋਈ ਸ਼ਰਮਾਕਲ ਮੁਟਿਆਰ ਇੰਜ ਤੁਰੀ ਜਾਂਦੀ ਹੋਵੇ ਹੌਲੇ ਹੌਲੇ, ਜਿਵੇਂ ਪਤਾ ਨਾ ਲੱਗੇ ਉਸ ਤੋਂ ਕੀ ਭੁੱਲ ਹੋ ਗਈ ਹੈ। ਵਿਸ਼ਵ ਦਾ ਨਾਸ ਕਰਨ ਵੇਲੇ ਭੋਲੇਨਾਥ ਆਪਣੇ ਲੱਕ ਦੁਆਲੇ ਹਾਥੀ ਦੀ ਲਹੂ ਲਿਬੜੀ ਤਾਜ਼ੀ ਖੱਲ ਲਪੇਟ ਕੇ ਤਾਂਡਵ ਨਾਚ ਕਰਦੇ ਹਨ। ਤਦ ਪਰਲੋਂ ਸੰਸਾਰ ਦਾ ਖਾਤਮਾ ਕਰ ਦਿੰਦੀ ਹੈ। ਜਦੋਂ ਸੂਰਜ ਅਸਤ ਹੋਣ ਲੱਗੇਗਾ ਤਾਂ ਪੱਛਮ ਵਿੱਚ ਖਲੋਤਾ ਤੂੰ ਲਹੂ ਲਿਬੜਿਆ ਖੱਲ ਦਾ ਟੋਟਾ ਲੱਗੇਗਾ। ਤੈਨੂੰ ਦੇਖਣ ਸਾਰ ਗੋਰੀ ਮਾਂ ਦਾ ਹਿਰਦਾ ਕੰਬੇਗਾ। ਹੋਣੀ ਦੀਆਂ ਗੁੱਝੀਆਂ ਰਮਜ਼ਾਂ ਸਭ ਤੋਂ ਪਹਿਲਾਂ ਮਾਵਾਂ ਨੂੰ ਸਮਝ ਪੈਂਦੀਆਂ ਹਨ। ਹੇ ਮੇਘ, ਜਦੋਂ ਪਹਿਲੀ ਵਾਰ ਗੰਗਾ ਆਕਾਸ਼ ਵਿੱਚੋਂ ਹੇਠਾਂ ਉਤਰੀ ਤਾਂ ਸ਼ਿਵ ਜੀ ਨੇ ਉਸ ਨੂੰ ਆਪਣੀਆਂ ਜਟਾਂ ਵਿੱਚ ਸਮਾ ਲਿਆ ਸੀ। ਲੱਗਦਾ ਸੀ ਜਿਵੇਂ ਬਾਬੇ ਨੇ ਗੋਟੇ ਨਾਲ ਮੜੀ ਸੁੱਚੀ ਦਸਤਾਰ ਬੰਨ੍ਹ ਲਈ ਹੋਵੇ। ਸ਼ਿਵ ਦੇ ਮੱਥੇ ਵਿੱਚ ਚੰਦਰਮਾ ਅਤੇ ਸੀਸ ਵਿੱਚ ਗੰਗਾ ਦੇਖ ਕੇ ਲੋਕਾਂ ਨੇ ਤਾਂ ਖੁਸ਼ੀ ਮਨਾਈ, ਪਰ ਪਾਰਵਤੀ ਮਾਂ ਨੇ ਬਹੁਤ ਰੋਸ ਕੀਤਾ ਸੀ। ਆਪਣੇ ਸੁੰਡ ਉੱਚੇ ਕਰ ਜੰਗਲੀ ਹਾਥੀ ਜਦੋਂ ਤੇਰਾ ਸਵਾਗਤ ਕਰਨ ਲੱਗਣ, ਤਦ ਤੂੰ ਉਹਨਾਂ ਦੇ ਗਲਾਂ ਵਿੱਚ ਜਲ ਮਣੀਆਂ ਦੇ ਹਾਰ ਪਾ ਦੇਈਂ। ਕਲਪ ਬਿਰਖਾਂ ਦੀਆਂ ਕਰੂੰਬਲਾਂ ਕੋਮਲ ਝੰਡੀਆਂ ਵਰਗੀਆਂ ਹੁੰਦੀਆਂ ਹਨ, ਇਹਨਾਂ ਨੂੰ ਸਹਿਜੇ ਸਹਿਜੇ ਸਹਿਲਾਈ। ਗੰਗਾ ਦਾ ਦੁਪੱਟਾ ਮੇਰੀ ਅਲਕਾਪੁਰੀ ਨੇ ਓੜਿਆ ਤਾਂ ਸਿਰ ਉੱਪਰ ਹੀ ਸੀ, ਪਰ ਹੇਠਾਂ ਸਰਕਦਾ ਉਹ ਇਸ ਦੇ ਸਾਰੇ ਸਰੀਰ ਉੱਪਰ ਫੈਲ ਗਿਆ ਹੈ। ਜਿਸ ਪਾਸ ਇਹ ਸੁਨੇਹੇ ਲੈ ਕੇ ਜਾਣੇ ਹਨ, ਮੇਰੀ ਪਤਨੀ ਬਾਰੇ ਤੈਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪਵੇਗੀ। ਘਰ ਦੇ ਅੰਦਰ ਕਦੀ ਬਾਹਰ ਨੀਵੀਂ ਪਾਈ ਕੰਮਕਾਜ ਕਰਦੀ, ਉਹ ਇਉਂ ਲੱਗੇਗੀ ਜਿਵੇਂ ਬੱਦਲਵਾਈ ਦੇ ਦਿਨ ਕਮਲ ਫੁੱਲ ਫੈਸਲਾ ਨਹੀਂ ਕਰ ਸਕਦਾ ਖਿੜਾਂ ਕਿ ਬੰਦ ਹੋਵਾਂ। ਉਸ ਨੂੰ ਦੇਖਦਿਆਂ ਤੈਨੂੰ ਆਪੇ ਵਿਸ਼ਵਾਸ ਹੋ ਜਾਏਗਾ ਬ੍ਰਹਮਾ ਜੀ ਦੀ ਪਹਿਲੀ ਰਚਨਾ ਉਹੀ ਹੈ, ਨਾ ਉਸ ਤੋਂ ਪਹਿਲਾਂ ਕੁਝ ਸੀ ਨਾ ਬਾਅਦ ਵਿੱਚ। ਬਾਕੀ ਦਾ ਸੰਸਾਰ ਦੇਵਤਿਆਂ ਨੇ ਬਣਾਇਆ ਸੀ। ਹੁਣ ਸ਼ਰਵਣ ਕਰੋ ਮਹਾਰਾਜ ਦਾ ਸ਼ਬਦ। ਸਾਵਣ ਸਰਸ ਮਨਾ ਘਣ ਵਰਸਹਿ ਰੁਤਾਏ, ਮੈਂ ਮਨ ਤਨ ਸੋ ਭਾਵੈ ਫਿਰ ਪਰਦੇਸ ਸਿਧਾਏ। ਫਿਰ ਘਰ ਨਹੀਂ ਆਵੈ ਮਰੀਏ ਹਾਵੈ, ਦਾਮਨ ਚਮਕ ਡਰਾਏ। ਸੇਜ ਇਕੇਲੀ ਖਰੀ ਦੁਹੇਲੀ, ਮਰਨ ਭਇਆ ਸੁਖ ਮਾਏ। ਹਰ ਬਿਨ ਨੀਂਦ ਭੂਖ ਕਹੋ ਕੈਸੀ, ਕਾਪੜ ਤਨ ਨਾ ਸੁਖਾਵੇ। ਨਾਨਕ ਸਾ ਸੁਹਾਗਣ ਕੰਤੀ, ਫਿਰ ਕੈ ਅੰਕ ਸਮਾਵੇ। ਇਹਨਾਂ ਸ਼ਬਦਾਂ ਨਾਲ ਆਪ ਜੀ ਤੋਂ ਖਿਮਾ ਮੰਗਦਾ ਹਾਂ। ਮਹਾਰਾਜ ਮਿਹਰਬਾਨ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।